हेलो स्टूडेंट्स, वेलकम और वेलकम बैक टू पंजाब रैंकर्स। सो आज ਅਸੀਂ ਕਰਨ ਜਾ ਰਹੇ ਹਾਂ ਪॉल ਸਾਇੰਸ ਦਾ ਪਬਲਿਕ ਓਪੀਨੀਅਨ। ਸੋ ਬਿਫੋਰ ਸਟਾਰਟਿੰਗ ਲੈਟ ਮੀ ਗਿਵ ਯੂ ਅ ਬਰੀਫ ਇੰਟਰੋਡਕਸ਼ਨ ਅਬਾਊਟ ਦਿਸ ਟੌਪਿਕ। ਐਜ਼ ਯੂ ਨੋ ਸਾਡਾ ਪਹਿਲਾ ਕੰਮ ਕੀ ਹੈ, ਟੌਪਿਕ ਨੂੰ ਐਨਾਲਾਈਜ਼ ਕਰਨਾ, ਟੌਪਿਕ ਕਿਸ ਚੀਜ਼ ਦੇ ਉੱਪਰ ਹੈ। ਸੋ ਹਾਊ ਡਜ਼ ਦ ਗਵਰਨਮੈਂਟ ਨੋ ਵਟ ਵੀ ਵਾਂਟ, ਲਾਈਕ ਸਰਕਾਰ ਨੂੰ ਕਿਵੇਂ ਪਤਾ ਲੱਗਦਾ ਕਿ ਸਾਨੂੰ ਕੀ ਚਾਹੀਦਾ, ਜਾਂ ਫਿਰ ਤੁਹਾਡੇ ਜਿਹੜੇ ਓਪੀਨੀਅਨਸ ਆ ਉਹ ਸਰਕਾਰ ਤੱਕ ਕਿਵੇਂ ਪਹੁੰਚਦੇ ਨੇ। ਇਹਦਾ ਜਵਾਬ ਹੈ ਤੁਹਾਡੇ ਓਪੀਨੀਅਨ, ਪਬਲਿਕ ਓਪੀਨੀਅਨ ਦੇ ਥਰੂ। ਠੀਕ ਹੈ, ਕਿਵੇਂ ਤੁਸੀਂ ਆਪਣੇ ਵਿਚਾਰ ਸ਼ੇਅਰ ਕਰਦੇ ਹੋ ਗੌਰਮੈਂਟ ਨਾਲ। ਪਬਲਿਕ ਓਪੀਨੀਅਨ ਇਜ਼ ਦਾ ਸ਼ੇਅਰਡ ਵਿਊ ਆਫ ਸਿਟੀਜ਼ਨਸ ਔਨ ਪਬਲਿਕ ਇਸ਼ੂ, ਜਾਂ ਆਪਾਂ ਕਹਿ ਸਕਦੇ ਗਾਈਡਸ ਦ ਲੀਡਰ ਐਂਡ ਸ਼ੇਪਸ ਗੌਰਮੈਂਟ ਪੋਲਿਸੀਜ਼। ਠੀਕ ਹੈ, ਇਹਦੇ ਵਿੱਚ ਆਪਾਂ ਇਹ ਨਹੀਂ ਕਹਾਂਗੇ ਕਿ ਪਾਰਟੀਕੂਲਰ ਪਰਸਨ ਦੀ ਆਵਾਜ਼ ਹੈ, ਠੀਕ ਹੈ, ਜਾਂ ਪਾਰਟੀਕੂਲਰ ਪਰਸਨ ਦੇ ਵਿਚਾਰਾਂ ਦੀ ਗੱਲ ਹੋ ਰਹੀ ਹੈ। ਇਹਦੇ ਵਿੱਚ ਇੱਕ ਪ੍ਰੋਪਰ ਕਮਿਊਨਿਟੀ, ਵੱਖਰੇ ਵੱਖਰੇ ਲੋਕਾਂ ਦੀ, ਵੱਖਰੇ ਵੱਖਰੇ ਕਮਿਊਨਿਟੀ ਦੀ ਗੱਲ ਹੋ ਰਹੀ ਹੈ। ਠੀਕ ਹੈ, ਸੋ ਇਹ ਤੁਹਾਡੀ ਵਿਚਾਰਧਾਰਾ ਹੈ, ਠੀਕ ਹੈ, ਜਾਂ ਤੁਹਾਡੀ ਡਿਮਾਂਡਸ ਨੇ ਜੋ ਗੌਰਮੈਂਟ ਦੇ ਥਰੂ ਤੁਸੀਂ ਰੱਖਦੇ ਹੋ। ਠੀਕ ਹੈ, ਸੋ ਬਿਫੋਰ ਮੂਵਿੰਗ ਫਾਰਵਰਡ ਲੈਟ ਮੀ ਟੈਲ ਯੂ ਕਿ ਜਿਹੜਾ ਤੁਹਾਡੀ ਲਾਈਵ ਕਲਾਸਿਸ ਆ ਉਹਦੇ ਵਾਸਤੇ ਮੈਂ ਤੁਹਾਨੂੰ ਸੈਪਟੰਬਰ 1 ਕਿਹਾ ਹੋਇਆ, ਅਤੇ ਮੈਨੂੰ ਪੋਸਟ ਉੱਤੇ ਇਫ ਆਈ ਗॉट 50+ ਵੋਟਸ ਦੈਨ ਡੈਫੀਨੇਟਲੀ ਉਹ ਸਟਾਰਟ ਹੋਊਗੀ। ਠੀਕ ਹੈ, ਸੋ ਜਾਓ ਅਤੇ ਹੁਣੇ ਪੋਸਟ ਦੇ ਉੱਪਰ ਆਪਣੀ ਵੋਟਿੰਗ ਸ਼ੋ ਕਰੋ, ਐਂਡ ਪੋਸਟ ਦਾ ਲਿੰਕ ਮੈਂ ਪਿੰਨ ਕਮੈਂਟਸ ਤੁਹਾਨੂੰ ਦੇ ਦੂੰਗੀ। ਅਦਰਵਾਈਜ਼ ਮੇਰੀ ਇਸੇ ਚੈਨਲ ਦੀ ਸਭ ਤੋਂ ਪਹਿਲੀ ਪੋਸਟ ਲੇਟੈਸਟਲੀ ਆਹੀ ਹੈ। ਠੀਕ ਹੈ, ਸੋ ਪਬਲਿਕ ਓਪੀਨੀਅਨ, ਠੀਕ ਹੈ, ਹੁਣ ਤੁਹਾਨੂੰ ਪਤਾ ਲੱਗਾ ਸਰਕਾਰ ਨੂੰ ਕੋਈ ਵੀ ਕਾਨੂੰਨ ਬਣਾਉਣਾ ਹੋਵੇ ਜਾਂ ਪੁਰਾਣਾ ਬਦਲਣਾ ਹੋਵੇ ਤਾਂ ਸਰਕਾਰ ਨੂੰ ਆਪਣੇ ਲੋਕਾਂ ਦੀ ਵੋਇਸ, ਲੋਕਾਂ ਦੀ ਆਵਾਜ਼ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ। ਠੀਕ ਹੈ, ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇਸ ਟੌਪਿਕ ਦੇ ਉੱਤੇ, ਪਬਲਿਕ ਓਪੀਨੀਅਨ ਦੇ ਉੱਤੇ ਹਰ ਇੱਕ ਇੰਟਰੋਡਕਸ਼ਨ, ਜਿੰਨੇ ਵੀ ਦੇ ਮੇਨ ਟੌਪਿਕਸ ਹੈ ਸਾਰੇ। ਠੀਕ ਹੈ, ਅਤੇ ਇਹਦੇ ਵੀ 2 ਪਾਰਟਸ ਹੋਣਗੇ ਐਜ਼ ਯੂ ਨੋ। ਠੀਕ ਹੈ, ਇਹ ਪਹਿਲਾ ਪਾਰਟ ਬਹੁਤ ਇੰਪੋਰਟੈਂਟ ਹੈ ਦੇਖਣਾ, ਦੈਨ ਤੁਸੀਂ ਦੂਸਰੇ ਵੱਲ ਮੂਵ ਕਰਨਾ ਹੈ। ਠੀਕ ਹੈ, ਸੋ ਹੁਣ ਪਬਲਿਕ ਓਪੀਨੀਅਨ ਕੀ ਹੈ। ਪਬਲਿਕ ਓਪੀਨੀਅਨ carries much importance because the supreme power to run the administration of the state is vested with the people। ਜਾਣੀ ਕਿ ਲੋਕ ਹੀ ਆਪਣੀ ਰਾਏ ਸਰਕਾਰ ਤੱਕ ਪਹੁੰਚਾਉਂਦੇ ਨੇ ਅਤੇ ਸਰਕਾਰ ਫਿਰ ਉਸ ਰਾਏ ਦੇ ਅਕੋਰਡਿੰਗ ਹੀ ਚੱਲਦੀ ਹੈ। ਠੀਕ ਹੈ, ਸੋ ਫੋਰ ਐਗਜ਼ਾਮਪਲ 1971 ਵਿੱਚ ਜਿਹੜੇ ਈਸਟ ਪਾਕਿਸਤਾਨ ਜਿਹਨੂੰ ਕਿਹਾ ਜਾਂਦਾ ਸੀ, ਬੰਗਲਾਦੇਸ਼, ਉਹਨੇ ਕਿਹਾ ਸੀ ਆਪਣੇ ਡੈਸਪੋਟਿਕ ਮਿਲਟਰੀ ਰੂਲ ਜਿਹੜਾ ਉਹਦਾ ਪਾਕਿਸਤਾਨ 'ਚ ਜਿਹੜਾ ਹੈਗਾ ਸੀ, ਉਹਦੇ ਅਗੇਂਸਟ ਉਹਨੇ ਆਵਾਜ਼ ਉਠਾਈ ਸੀ। ਠੀਕ ਹੈ, ਉਹਦੇ ਨਾਲ ਉਹਨਾਂ ਨੂੰ ਇੱਕ ਇੰਡੀਪੈਂਡੈਂਟ ਸਟੇਟ ਬੰਗਲਾਦੇਸ਼ ਮਿਲ ਗਿਆ ਸੀ। ਠੀਕ ਹੈ, ਸੋ ਇੱਥੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਸ ਦੀ ਗੱਲ ਹੋ ਰਹੀ ਹੈ। ਪਬਲਿਕ ਓਪੀਨੀਅਨ, ਪਬਲਿਕ ਓਪੀਨੀਅਨ ਇਜ਼ ਸੱਚ ਕੰਸੈਪਟ ਦੈਟ ਲੈਕਸ ਇਨ ਅਨਐਨਿਮਿਟੀ। ਠੀਕ ਹੈ, ਸੋ ਬੇਸਿਕਲੀ ਇਸ ਵਾਲੇ ਚੈਪਟਰ ਵਿੱਚ ਵੀ ਤੁਹਾਨੂੰ ਪਤਾ ਡੈਫੀਨੇਸ਼ਨਸ ਆਉਣਗੀਆਂ, ਇਸ ਚੈਪਟਰ ਵਿੱਚ ਵੀ ਕਰੈਕਟਰਿਸਟਿਕਸ ਹੋਣਗੀਆਂ। ਠੀਕ ਹੈ, ਅਤੇ ਜਦੋਂ ਤੁਹਾਡੇ ਐਗਜ਼ਾਮਸ ਹੋਣੇ ਉਸ ਤੋਂ ਪਹਿਲਾਂ ਹੀ ਮੈਂ ਐਨਾਲਾਈਜ਼ ਕਰਕੇ ਤੁਹਾਨੂੰ ਦੱਸ ਦੇਣਾ ਕਿ ਤੁਹਾਨੂੰ ਕਿਸ ਚੈਪਟਰ ਵਿੱਚ ਜ਼ਿਆਦਾ ਕਰਨ ਦੀ ਜ਼ਰੂਰਤ ਹੈ। ਠੀਕ ਹੈ, ਸੋ ਕੀ ਗੱਲ ਹੋ ਰਹੀ ਕਿ ਪਬਲਿਕ ਓਪੀਨੀਅਨ ਇੱਕ ਐਸਾ ਕੰਸੈਪਟ ਹੈ ਜਿਹੜਾ ਅਨਐਨਿਮਿਟੀ ਵਿੱਚ ਲੈਕ ਕਰਦਾ ਹੈ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਅਨਐਨਿਮਿਟੀ, ਸਰਬਸੰਮਤੀ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਜਿਹਦੇ ਵਿੱਚ ਹਰ ਕੋਈ ਐਗਰੀ ਹੋਵੇ ਇੱਕ ਪਰਟੀਕੂਲਰ ਡਿਸੀਜ਼ਨ ਵਾਸਤੇ। ਠੀਕ ਹੈ, ਤੁਸੀਂ ਇਫ ਯੂ ਆਰ ਹੈਵਿੰਗ JS ਬਡੈਲ ਬੁੱਕਸ, ਉਹ ਤੁਸੀਂ ਹੁਣੇ ਆ ਲਾਈਨ ਮੇਨ ਕਰ ਲਓ, ਕਿਉਂਕਿ ਇਹੋ ਜਿਹੀ ਲਾਈਨਸ ਇੰਪੋਰਟੈਂਟ ਹੁੰਦੀਆਂ। ਠੀਕ ਆ, ਕੁਛ ਲੋਕਾਂ ਦਾ ਓਪੀਨੀਅਨ ਸੁਣਿਆ ਜਾਂਦਾ ਹੈ, ਪਰ ਕਈ ਜਗ੍ਹਾ ਵਿੱਚ ਰਜਾਮੰਦੀ ਨਹੀਂ ਹੁੰਦੀ, ਓਪੀਨੀਅਨ ਸੁਣਿਆ ਨਹੀਂ ਜਾਂਦਾ, ਡਿਫਰੈਂਟ ਜਗ੍ਹਾ 'ਤੇ ਡਿਫਰੈਂਟ ਓਪੀਨੀਅਨਸ ਹੁੰਦੇ ਆ। ਅਤੇ ਪਬਲਿਕ ਓਪੀਨੀਅਨ ਆਪਾਂ ਨਹੀਂ ਕਹਾਂਗੇ ਮੈਜੋਰਿਟੀ ਦੀ ਹੀ ਸੁਣਨੀ ਆ। ਠੀਕ ਹੈ, ਕਈ ਵਾਰ ਮੈਜੋਰਿਟੀ ਜਿਹੜੀ ਹੁੰਦੀ ਹੈ ਉਹ ਆਪਣਾ ਸੈਲਫਿਸ਼ ਮੋਟੋ ਰੱਖਦੀ ਹੈ। ਠੀਕ ਹੈ, ਅਤੇ ਮਿਨੋਰਿਟੀ ਸੱਚ ਦੀ ਗੱਲ ਕਰ ਰਹੀ ਹੁੰਦੀ, ਪਰ ਉਹਨੂੰ ਪਿੱਛੇ ਇਸ ਲਈ ਪਬਲਿਕ ਓਪੀਨੀਅਨ ਦੇ ਵਿੱਚ ਅਸੀਂ ਹਰ ਇੱਕ ਉਸ ਵਿਅਕਤੀ ਦੇ ਵਿਚਾਰ ਸੁਣਨੇ ਨੇ ਜੋ ਆਪਣੇ ਵਿਚਾਰ ਰੱਖ ਰਿਹਾ ਹੈ। ਠੀਕ ਹੈ, public opinion is commonly used to aggregate of views which men hold regarding the matters that affect the community। ਉਹੀ ਗੱਲ ਹੋ ਗਈ ਕਿ ਪਬਲਿਕ ਓਪੀਨੀਅਨ, ਠੀਕ ਹੈ, ਲੋਕਾਂ ਦਾ ਓਪੀਨੀਅਨ ਜਿਹੜਾ ਹੈ, ਠੀਕ ਹੈ, ਸਮਾਜ ਦਾ ਓਪੀਨੀਅਨ, ਪਬਲਿਕ ਦਾ ਓਪੀਨੀਅਨ, ਆਮ ਲੋਕਾਂ ਦਾ ਓਪੀਨੀਅਨ ਜਿਹੜਾ ਹੈ ਉਹ ਯੂਜਲੀ ਉਸ ਸਾਰੇ ਵਿਊਜ਼ ਦਾ ਇਕੱਠ ਵਾ ਜਿਹੜੇ ਉਹ ਡਿਫਰੈਂਟ ਮੈਟਰਸ ਜਿਹੜੇ ਹੁੰਦੇ ਕਮਿਊਨਿਟੀ ਦੇ, ਸਮਾਜ ਦੇ ਉਹਦੇ ਪ੍ਰਤੀ ਰੱਖਦੇ ਨੇ। ਡਾਕਟਰ ਬੈਨੀ ਪ੍ਰਸਾਦ ਕੀ ਕਹਿੰਦੇ ਆ, ਓਪੀਨੀਅਨ ਨੂੰ ਅਸੀਂ ਟਰੂਲੀ ਪਬਲਿਕ
ओपीनियन उदों ही कहांगे जदों इहदा मोटिव जिहड़ा होगा मोटो जिहड़ा होगा वैलफेयर ऑफ सोसाइटी होगा। कैरोल की कहते हैं कि कॉमन यूज़ विच इन्हूं आपां कहने आ जनरल पब्लिक का कंपोजिट रिएक्शन। सो तुसीं रिएक्शन बारे पढ़िया होगा इन योर 10th क्लास कि सारे डिफरेंट डिफरेंट चीज़ों का सम्मेलन, ठीक है। तो प्रूफ लॉ प्रोफैसर लॉवेल आई एम सॉरी in order that opinion may be public majority is not enough and unanimity is not required, but the opinion must be such that while the minority may not share it but they feel bound by conviction and not by fear to accept it। सो कह रहे हैं कि ओपीनियन पब्लिक majority ਦਾ ਜਿਹੜਾ ਵਾ ਉਹ ਇਨਫ ਨਹੀਂ ਆ, ਠੀਕ ਹੈ, ਕਿ ਆਪਾਂ ਉਹਦਾ ਸੁਣੀਏ ਤੇ ਜਾਂ ਨਾ ਹੀ ਆਪਾਂ ਕਹਾਂਗੇ ਕਿ ਸਰਬਸੰਮਤੀ ਜ਼ਰੂਰੀ ਆ। ओपीनियन ਉਹ ਆ ਜਿਹਦੇ ਵਿੱਚ ਮਾਈਨੋਰਿਟੀ ਵੀ ਜਿਹੜੀ ਹੈ ਉਸ ਚੀਜ਼ ਦੇ ਪੋਲਿਸੀ ਨੂੰ ਉਸ ਚੀਜ਼ ਦੇ ਰੂਲ ਨੂੰ ਮੰਨਣ ਲੱਗੇ, ਉਹਨੂੰ ਇਹ ਨਾ ਹੋਵੇ ਕਿ ਉਸ ਦੇ ਉੱਤੇ ਇਹ ਪਰਟੀਕੂਲਰ ਰੂਲ ਥੋਪਿਆ ਜਾ ਰਿਹਾ, ਠੀਕ ਹੈ, ਉਹਨੂੰ ਐਕਸੈਪਟ ਆਪਣੀ ਰਜਾਮੰਦੀ ਨਾਲ ਐਕਸੈਪਟ ਕਰੇ। ਲਿਪਮੈਨ ਕੀ ਕਹਿੰਦੇ ਨੇ ਕਿ ਦ ਪਿਕਚਰ ਇਨਸਾਈਡ ਦ ਹੈਡਸ ਆਫ ਦ ਹਿਊਮਨ ਬੀਇੰਗ ਦ ਪਿਕਚਰ ਆਫ ਦੈਮਸੈਲਵਸ ਔਰ ਅਦਰਸ ਆਫ ਦੇਅਰ ਨੀਡਸ, ਇਹ ਸਭ ਕੁਛ ਹੀ ਪਬਲਿਕ ਓਪੀਨੀਅਨ ਹੈ। ਹੈਡਸ ਆਫ ਦ ਹਿਊਮਨ ਮਤਲਬ ਕਿ ਦਿਮਾਗ ਦੇ ਵਿੱਚ ਜੋ ਉਹਨਾਂ ਦੇ ਚੱਲ ਰਿਹਾ, ਠੀਕ ਹੈ, ਜੋ ਆਪਣੇ ਬਾਰੇ ਸੋਚਦੇ ਆ, ਦੂਜਿਆਂ ਬਾਰੇ ਸੋਚਦੇ ਆ, ਆਪਣੀ ਨੀਡਸ ਬਾਰੇ, ਪਰਪਸ, ਜੋ ਵੀ ਉਹਨਾਂ ਦੇ ਆਪਸ 'ਚ ਰਿਲੇਸ਼ਨਸ਼ਿਪਸ ਨੇ, ਉਹ ਸਾਰੇ ਪਬਲਿਕ ਓਪੀਨੀਅਨ ਆ, ਠੀਕ ਹੈ। ਸੋ ਹੁਣ ਅਸੀਂ ਇਹ ਸਾਰੀਆਂ ਪੜ੍ਹੀਆਂ ਡੈਫੀਨੇਸ਼ਨ, ਸਾਨੂੰ ਕੀ ਪਤਾ ਲੱਗਦਾ ਕਿ ਪਬਲਿਕ ਓਪੀਨੀਅਨ ਨਾ ਹੀ ਮੈਜੋਰਿਟੀ ਦਾ ਹੈ ਅਤੇ ਨਾ ਹੀ ਮਾਈਨੋਰਿਟੀ ਦੀ ਇੱਥੇ ਗੱਲ ਹੋ ਰਹੀ ਹੈ। ਓਪੀਨੀਅਨ ਆ ਜੀ ਉਹ ਓਪੀਨੀਅਨ ਆ ਜਿਹਦੇ ਵਿੱਚ ਇੱਕ ਪਰਟੀਕੂਲਰ ਸੁਸਾਇਟੀ ਦਾ ਵੈਲਫੇਅਰ ਹੋਵੇ, ਠੀਕ ਹੈ, ਕਿ ਇੱਕ ਸੁਸਾਇਟੀ ਦਾ ਵੈਲਫੇਅਰ ਹੋਵੇ ਅਤੇ ਮਾਈਨੋਰਿਟੀ ਵੀ ਉਸ ਚੀਜ਼ ਨੂੰ ਐਕਸੈਪਟ ਕਰੇ, ਠੀਕ ਹੈ। ਦਿਸ ਇਜ਼ ਪਬਲਿਕ ਓਪੀਨੀਅਨ, ਠੀਕ ਹੈ। ਪਬਲਿਕ ਵੈਲਫੇਅਰ ਜਿਹੜਾ ਵਾ ਓਬਜੈਕਟਿਵ, ਮੇਨ ਓਬਜੈਕਟਿਵ ਆ ਕਿਹਦਾ, ਪਬਲਿਕ ਓਪੀਨੀਅਨ ਦਾ, ਠੀਕ ਹੈ। ਨੈਕਸਟ ਆਪਾਂ ਕਰਨੇ ਕਰੈਕਟਰਿਸਟਿਕਸ। ਸੋ ਕਰੈਕਟਰਿਸਟਿਕਸ ਪਹਿਲੀ ਆ ਗਈ ਜਰਨਲ ਐਗਰੀਮੈਂਟ। ਕਿ ਜਰਨਲ ਐਗਰੀਮੈਂਟ ਆਪਾਂ ਕਿਹਨੂੰ ਕਹਿੰਦੇ ਕਿ ਕੋਈ ਕਾइंड ऑफ ਸੰਧੀ, ਠੀਕ ਹੈ, ਐਗਰੀਮੈਂਟ ਹੋਣਾ ਕਿਸੇ ਪਰਟੀਕੂਲਰ ਦੋ ਧਿਰਾਂ ਵਿੱਚ, ਠੀਕ ਹੈ। ਸੋ ਦੇयर शुड बी ਜਰਨਲ ਐਗਰੀਮੈਂਟ ਐਟ ਦ ਬੈਕ ਆਫ ਪਬਲਿਕ ਓਪੀਨੀਅਨ। ਬਾਏ ਜਰਨਲ ਐਗਰੀਮੈਂਟ ਅਸੀਂ ਕੀ ਸਮਝਦੇ ਹਾਂ ਕਿ ਜਿੰਨੇ ਵੀ ਲੋਕ ਆ, ਠੀਕ ਹੈ, ਉਹਨਾਂ ਨੂੰ ਆਪਣਾ ਜਰਨਲ ਐਗਰੀਮੈਂਟ ਹੋਣਾ ਚਾਹੀਦਾ ਇਸ਼ੂਜ਼ ਦੇ ਉੱਤੇ। ਅਤੇ ਇਹੋ ਜਰਨਲ ਐਗਰੀਮੈਂਟ ਔਨ ਡੈਟ ਇਸ਼ੂ ਐਟਲੀਸਟ ਦ ਲਾਰਜੈਸਟ ਸੈਕਸ਼ਨ ਆਫ ਦ ਪੀਪਲ ਸ਼ੁੱਡ ਹੈਵ ਦ ਜਰਨਲ ਐਗਰੀਮੈਂਟ ਔਨ ਡੈਟ ਇਸ਼ੂ। ਜੀ ਕਨਫਿਊਜ਼ ਹੋ ਗਏ ਨੇ, ਦੇਖੋ ਉਹਨਾਂ ਨੇ ਕਿਹਾ ਜਰਨਲ ਐਗਰੀਮੈਂਟ ਹੋਣਾ ਚਾਹੀਦਾ ਪਬਲਿਕ ਓਪੀਨੀਅਨ ਦੇ ਪਿੱਛੇ। ਜਰਨਲ ਐਗਰੀਮੈਂਟ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਜਿਹੜੀ ਵੀ ਪਰਟੀਕੂਲਰ ਕਮਿਊਨਿਟੀ ਆ ਉਹ ਉਸ ਚੀਜ਼ ਦੇ ਉੱਤੇ ਐਗਰੀ ਕਰਨੀ ਚਾਹੀਦੀ ਆ, ਠੀਕ ਹੈ। ਐਗਰੀਮੈਂਟ ਤੋਂ ਹੀ ਵਰਡ ਆ ਰਿਹਾ ਹੈ ਐਗਰੀ, ਰਾਈਟ। ਸੋ ਇਹਦੇ ਵਿੱਚ ਗੱਲ ਹੋ ਰਹੀ ਹੈ ਕਿ ਜਿਹੜਾ ਪਬਲਿਕ ਓਪੀਨੀਅਨ ਆ ਉਹਦੇ ਵਿੱਚ ਜਿਹੜੇ ਲੋਕ ਆ, ਠੀਕ ਹੈ, ਉਹਨਾਂ ਨੂੰ ਉਹ ਆਪਾਂ ਕਹਿ ਸਕਦੇ ਕਿ ਸਹਿਮਤੀ ਹੋਣੀ ਚਾਹੀਦੀ ਆ, ਠੀਕ ਹੈ। ਜਰਨਲ ਆਮ ਸਹਿਮਤੀ ਹੋਣੀ ਚਾਹੀਦੀ ਉਹਨਾਂ ਵਿੱਚ, ਠੀਕ ਹੈ, ਇੱਕ ਪਰਟੀਕੂਲਰ ਮੁੱਦੇ ਦੇ ਉੱਤੇ, ਠੀਕ ਹੈ। ਅਤੇ ਜੇ ਉਹਨਾਂ 'ਚ ਪੂਰੀ ਸਹਿਮਤੀ ਨਹੀਂ ਆ ਪਰ ਘੱਟੋ ਘੱਟ ਇੱਕ ਸਮਾਜ ਦਾ, ਇੱਕ ਸੁਸਾਇਟੀ ਦਾ ਇੱਕ ਪਰਟੀਕੂਲਰ ਹਿੱਸਾ, ਲਾਰਜਰ ਸੈਕਸ਼ਨ ਉਸ ਮੁੱਦੇ 'ਤੇ ਸਹਿਮਤ ਹੋਣਾ ਚਾਹੀਦਾ, ਠੀਕ ਹੈ। ਇਫ ਦੇਅਰ ਇਜ਼ ਨੋ ਜਰਨਲ ਐਗਰੀਮੈਂਟ ਔਨ ਦੈਟ ਇਸ਼ੂ ਐਟਲੀਸਟ ਲਾਰਜਰ ਸੈਕਸ਼ਨ ਆਫ ਦ ਪੀਪਲ ਸ਼ੁੱਡ ਹੈਵ ਦ ਜਰਨਲ ਐਗਰੀਮੈਂਟ ਔਨ ਦੈਟ ਇਸ਼ੂ। ਇਹਦਾ ਮਤਲਬ ਆ ਹੈ ਜਾਣੀ ਕਿ 100% ਜੇ ਇਸ ਮੁੱਦੇ ਦੇ ਉੱਤੇ ਉਹ ਹੈ ਨਹੀਂ ਹੈ ਸਹਿਮਤੀ, ਅਤੇ ਲਾਰਜਰ ਸੈਕਸ਼ਨ ਜਿਹੜਾ ਲੋਕਾਂ ਦਾ ਉਹਦੀ ਸਹਿਮਤੀ ਹੋਣੀ ਜ਼ਰੂਰੀ ਹੈ। ਹੁਣ ਪਬਲਿਕ ਓਪੀਨੀਅਨ ਇਜ਼ ਲੌਜੀਕਲ ਮਤਲਬ ਕਿ ਆਪਾਂ ਸਿੱਧਾ ਪਬਲਿਕ ਓਪੀਨੀਅਨ ਨੂੰ ਐਕਸੈਪਟ ਨਹੀਂ ਕਰਨਾ, ਆਪਾਂ ਉਹ ਐਕਸੈਪਟ ਕਰਨਾ ਕਿ ਜਿਹੜਾ ਲੌਜੀਕਲ ਹੋਵੇ, ਠੀਕ ਹੈ। ਨੈਕਸਟ ਜਰਨਲ ਵੈਲਫੇਅਰ ਇੱਕ ਡਿਸਟਿੰਗੁਇਸ਼ਡ ਕਰੈਕਟਰਿਸਟਿਕਸ ਆ ਪਬਲਿਕ ਓਪੀਨੀਅਨ ਦੀ। ਜੇ ਕੋਈ ਓਪੀਨੀਅਨ ਡਜ਼ ਨੋਟ ਹੈਵ in it the public welfare, the opinion cannot take the public opinion। ਜਾਣੀ ਕਿ ਜਿਹੜੇ ਲੋਕ ਆ ਸਮਾਜ ਦਾ ਉਹ ਵੈਲਫੇਅਰ ਹੋਣਾ ਜ਼ਰੂਰੀ ਹੈ, ਆਪਾਂ ਪਹਿਲਾਂ ਪੜ੍ਹ ਚੁੱਕੇ, ਮੇਨ ਓਬਜੈਕਟਿਵ ਆ। ਪਬਲਿਕ ਓਪੀਨੀਅਨ ਹਮੇਸ਼ਾ ਪੋਲੀਟੀਕਲ ਮੈਟਰਸ ਦੀ ਗੱਲ ਨਹੀਂ ਕਰਦਾ, ਇਹ ਗੱਲ ਕਰਦਾ ਪਬਲਿਕ ਵੈਲਫੇਅਰ ਦੀ, ਇਹ ਗੱਲ ਕਰਦਾ ਕਿ ਸੋਸ਼ਲ ਈਵਲਸ ਨੂੰ ਕਿਵੇਂ ਖ਼ਤਮ ਕੀਤਾ ਜਾਵੇ। ਸੋ ਪਬਲਿਕ ਓਪੀਨੀਅਨ ਜਿਹੜਾ ਹੈ ਕਲਚਰ ਮੈਟਰਸ 'ਤੇ ਵੀ ਫਾਰਮੂਲੇਟ ਹੁੰਦਾ। ਪਬਲਿਕ ਓਪੀਨੀਅਨ ਹਮੇਸ਼ਾ ਮੋਰਲ ਵੈਲਿਊਜ਼ 'ਤੇ ਸਮਾਜਿਕ ਸਿਧਾਂਤਾਂ 'ਤੇ ਹੁੰਦਾ, ਠੀਕ ਹੈ, ਕਿ ਸੁਸਾਇਟੀ ਦੇ ਵੱਖਰੇ ਮੋਰਲ ਵੈਲਿਊਜ਼ ਨੇ ਅਤੇ ਉਹ ਜਿਹੜਾ ਪੋਲੀਟੀਕਲ ਓਪੀਨੀਅਨ ਆ ਉਹ ਵੈਲਿਊਜ਼ ਦੇ ਅਕੋਰਡਿੰਗ ਹੋਣਾ ਚਾਹੀਦਾ।
ਪਬਲਿਕ ਓਪੀਨੀਅਨ ਹਮੇਸ਼ਾ ਪੋਜ਼ੀਟਿਵ ਹੁੰਦਾ ਹੈ, ਠੀਕ ਹੈ। ਪੋਜ਼ੀਟਿਵ ਅਸੀਂ ਇਸ ਵਿੱਚ ਕਹਿੰਦੇ ਕਿ ਕਦੀ ਵੀ ਕਿਸੇ ਨੂੰ ਹਾਰਮ ਨਹੀਂ ਕਰਦਾ ਅਤੇ ਹਮੇਸ਼ਾ ਡਿਵੈਲਪ ਹੁੰਦਾ ਹੈ ਤਾਂ ਕਿ ਲੋਕਾਂ ਦਾ ਪਬਲਿਕ ਦਾ ਵੈਲਫੇਅਰ ਹੋਵੇ, ਠੀਕ ਹੈ। ਡੈਮੋਕ੍ਰੇਸੀ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਡੈਮੋਕ੍ਰੇਸੀ ਜਿਹੜੀ ਹੈ ਪਬਲਿਕ ਓਪੀਨੀਅਨ ਆ ਉਹ ਇੱਕ ਸਪੈਸ਼ਲ ਇੰਪੋਰਟੈਂਸ ਰੱਖਦਾ ਡੈਮੋਕ੍ਰੇਸੀ 'ਤੇ। ਡੈਮੋਕ੍ਰੇਸੀ ਜਿਹੜੀ ਆ ਇੱਕ ਕਾइंड ऑफ ਇਨਵਾਇਰਮੈਂਟ ਪ੍ਰੈਜੈਂਟ ਕਰਦੀ ਹੈ ਡਿਵੈਲਪਮੈਂਟ ਅਤੇ ਪ੍ਰਮੋਸ਼ਨ ਵਾਸਤੇ ਪਬਲਿਕ ਓਪੀਨੀਅਨ ਦੇ, ਕਿ ਉਹਨਾਂ ਨੂੰ ਫਰੀ ਐਂਡ ਹੈਗਾ ਵਾ ਕਿ ਉਹ ਆਪਣਾ ਫਰੀडम ऑफ ਸਪੀਚ ਹੈਗਾ, ਜਿੱਦਾਂ ਮਰਜ਼ੀ ਆਪਣੇ ਆਪ ਨੂੰ ਐਕਸਪ੍ਰੈਸ ਕਰਨ। ਹੁਣ ਅਸੀਂ ਰੋਲਸ ਦੀ ਗੱਲ ਕਰਨੀ ਹੈ, ਇੰਪੋਰਟੈਂਸ ਦੀ ਗੱਲ ਕਰਨੀ ਹੈ। ਸੋ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਸ ਦੀ ਆਪਾਂ ਗੱਲ ਕਰਨ ਤੋਂ ਪਹਿਲਾਂ ਇਹ ਪੈਰਾ ਪੜ੍ਹ ਲਓ ਇੱਕ ਵਾਰੀ, ਠੀਕ ਹੈ। ਕਿ ਜਿਹੜਾ ਪਬਲਿਕ ਓਪੀਨੀਅਨ ਆ ਉਹਦੀ ਇੰਪੋਰਟੈਂਸ ਡੈਮੋਕ੍ਰੇਟਿਕ ਕੰਟਰੀ 'ਚ ਨਹੀਂ ਹੈ, ਸਗੋਂ ਹਰ ਇੱਕ ਕੰਟਰੀ 'ਚ ਆ, ਠੀਕ ਹੈ। ਅਤੇ ਜਿਹੜਾ ਵੀ ਪਰਟੀਕੂਲਰ ਰੂਲਰ ਆ, ਭਾਵੇਂ ਆਟੋਕ੍ਰੈਟਿਕ ਆ, ਭਾਵੇਂ ਮਨਾਰਕੀ ਦਾ ਹੈ, ਭਾਵੇਂ ਡੈਸਪੋਟਿਕ ਰੂਲਰ ਆ, ਉਹ ਸਮਾਜ ਦੇ ਡਿਮਾਂਡਸ ਦੀ ਤਰਫ, ਓਪੀਨੀਅਨ ਦੀ ਤਰਫ ਆਪਣਾ ਕੰਨ ਕਾइंड ऑफ ਡੈਫ ਈਅਰ ਨਹੀਂ ਕਰ ਲੇਗਾ, ਉਹਨਾਂ ਨੂੰ ਸੁਣਨਾ ਬੰਦ ਨਹੀਂ ਕਰ ਲੇਗਾ, ਠੀਕ ਹੈ। ਸੋ ਦ ਵੈਰੀ ਬੇਸਿਸ ਆਫ ਡੈਮੋਕ੍ਰੇਸੀ ਇਜ਼ ਪਬਲਿਕ ਓਪੀਨੀਅਨ। ਇਹ ਹੈਗਾ ਜੇ 1 ਵਰਡ ਕੁਐਸਚਨ, ਠੀਕ ਹੈ। ਕਿ ਵੈਰੀ ਬੇਸਿਸ ਕੀ ਆ ਡੈਮੋਕ੍ਰੇਸੀ ਦਾ? ਪਬਲਿਕ ਓਪੀਨੀਅਨ। ਸੋ ਪਬਲਿਕ ਓਪੀਨੀਅਨ ਡੈਮੋਕ੍ਰੇਸੀ 'ਤੇ ਬੇਸਡ ਆ। ਇਹ ਤਾਂ ਸਾਨੂੰ ਹੁਣੇ ਹੀ ਪੜ੍ਹ ਲਿਆ ਕਿ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਪਬਲਿਕ ਓਪੀਨੀਅਨ ਜਿਹੜਾ ਹੈ ਉਹ ਡੈਮੋਕ੍ਰੇਸੀ 'ਤੇ ਬੇਸਡ ਆ, ਠੀਕ ਹੈ। ਸੋ ਦਾ ਰਿਪਰੈਜ਼ੈਂਟੇਟਿਵ ਪੋਲੀਟੀਕਲ ਪਾਰਟੀ ਦੇ ਜਿਹੜੇ ਆ ਉਹ ਕੌਨਫੀਡੈਂਸ ਸ਼ੋਅ ਕਰਦੇ ਨੇ, ਪਾਰਟੀ ਜਿਹੜੀ ਆ ਰੂਲਿੰਗ ਪਾਰਟੀ ਉਹ ਜਾਂ ਵਿਨਿੰਗ ਪਾਰਟੀ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਨੂੰ ਚਲਾਉਂਦੀ ਹੈ ਪਬਲਿਕ ਇੰਟਰਸਟ ਦੇ ਅਕੋਰਡਿੰਗ, ਅਤੇ ਪਬਲਿਕ ਵੀ ਉਸੇ ਬੰਦੇ ਨੂੰ ਸਿਲੈਕਟ ਕਰਦੀ ਹੈ ਜਿਹੜਾ ਉਹਦੇ ਇੰਟਰਸਟ ਦੀ ਕਹਿ ਲਓ ਵੈਲਿਊ ਕਰਦਾ, ਠੀਕ ਹੈ। ਨੈਕਸਟ ਆ ਗਿਆ ਕੰਟਰੋਲ ਓਵਰ ਦਾ ਗੌਰਮੈਂਟ। ਪਬਲਿਕ ਓਪੀਨੀਅਨ ਗੌਰਮੈਂਟ ਦੇ ਉੱਤੇ ਆਪਣਾ ਕੰਟਰੋਲ ਰੱਖਦੀ ਹੈ, ਚੈੱਕ ਕਰਦੀ ਕਿ ਗੌਰਮੈਂਟ ਜਿਹੜਾ ਹੈ ਉਹ ਰਿਸਪੋਂਸੀਬਲ ਤਾਂ ਨਹੀਂ ਹੈ। ਜੇ ਰਿਸਪੋਂਸੀਬਲ ਆਪਣਾ ਉਹਨਾਂ ਦੇ ਅਕੋਰਡਿੰਗ ਆਪਣਾ ਉਹਨਾਂ ਦੇ ਅਗੇਂਸਟ ਆਪਣਾ ਵਿਊ ਰੱਖਦੀ ਹੈ, ਠੀਕ ਹੈ। ਸੋ ਇਸ ਪ੍ਰੋਸੈਸ ਦੇ ਥਰੂ ਕੰਟਰੋਲ ਕਰਦੀ ਹੈ ਗੌਰਮੈਂਟ ਨੂੰ ਪਬਲਿਕ ਓਪੀਨੀਅਨ ਦੇ ਥਰੂ ਗਾਈਡ ਕਰਦੀ ਹੈ ਕਿ ਪਰਟੀਕੂਲਰ ਤੁਹਾਡੀ ਪੋਲਿਸੀ ਜਿਹੜੀ ਉਹ ਸਾਡੇ ਹਿੱਤ ਵਿੱਚ ਨਹੀਂ, ਉਹਨੂੰ ਚੇਂਜ ਕੀਤਾ ਜਾਵੇ। ਲਾਅ ਮੇਕਿੰਗ ਹੈਲਪਫੁਲ ਹੈ। ਲਾਅ ਬਣਾਉਣ ਲੱਗੇ ਸਭ ਤੋਂ ਪਹਿਲਾਂ ਅਸੀਂ ਕੀ ਦੇਖਦੇ ਕਿ ਲੋਕ ਇਸ ਲਾਅ ਨੂੰ ਮੰਨਣਗੇ ਕਿ ਨਹੀਂ, ਠੀਕ ਹੈ। ਜਿਹੜਾ ਵੀ ਲਾਅ ਹੋਊਗਾ ਉਹ ਲੋਕਾਂ ਲਈ ਬਣੇਗਾ ਅਤੇ ਲੋਕਾਂ ਦੇ ਹਿੱਤ ਵਿੱਚ ਹੀ ਹੋਣਾ ਚਾਹੀਦਾ। ਪ੍ਰੋਟੈਕਸ਼ਨ ਆਫ ਰਾਈਟਸ ਐਂਡ ਲਿਬਰਟੀ। ਡੈਮੋਕ੍ਰੇਸੀ 'ਚ ਲੋਕਾਂ ਨੂੰ ਰਾਈਟ ਅਤੇ ਲਿਬਰਟੀ ਮਿਲਦੀ ਹੈ, ਪਰ ਪਬਲਿਕ ਓਪੀਨੀਅਨ ਉਸ ਪਰਟੀਕੂਲਰ ਰਾਈਟ ਅਤੇ ਲਿਬਰਟੀਜ਼ ਦਾ ਗਾਰਡੀਅਨ ਆ, ਠੀਕ ਹੈ। ਪਬਲਿਕ ਓਪੀਨੀਅਨ ਗੌਰਮੈਂਟ ਨੂੰ ਇੱਦਾਂ ਦਾ ਕੁਛ ਨਹੀਂ ਕਰਨ ਦਿੰਦੀ ਕਿ ਜੋ ਲੋਕਾਂ ਦੀ ਰਾਈਟਸ ਅਤੇ ਲਿਬਰਟੀਜ਼ ਨੂੰ ਖੋਹ ਲੇ। ਪੋਲਿਸੀ ਮੇਕਿੰਗ 'ਚ ਅਸੀਂ ਸਮਝ ਲਿਆ ਕਿ ਕਿਵੇਂ ਹੈਲਪਫੁਲ ਆ, ਠੀਕ ਹੈ। ਪੋਲਿਸੀ ਉਹਨਾਂ ਦੇ ਅਕੋਰਡਿੰਗ ਫਰੇਮ ਹੁੰਦੀ ਹੈ, ਲਾਅ ਉਹਨਾਂ ਦੇ ਅਕੋਰਡਿੰਗ ਫਰੇਮ ਹੁੰਦਾ, ਠੀਕ ਹੈ। ਬੈਰੋਮੀਟਰ ਆਫ ਦਾ ਮੂਡ ਆਫ ਪੀਪਲ। ਆ ਵੀ ਫਿਰ 1 ਵਰਡ ਵਾਲਾ ਕੁਐਸਚਨ ਆ ਗਿਆ ਕਿ ਪਬਲਿਕ ਓਪੀਨੀਅਨ ਬੈਰੋਮੀਟਰ ਆ ਕਿਹਦਾ? ਲੋਕਾਂ ਦੇ ਮੂਡ ਦਾ। ਜਿਹੜਾ ਵੀ ਮੂਡ ਵਿਊ ਆਫ ਪੀਪਲ ਜਿਹੜਾ ਵਾ ਉਹ ਕਿਹਦੇ ਥਰੂ ਅਸੈਸ ਹੁੰਦਾ ਹੈ? ਪਬਲਿਕ ਓਪੀਨੀਅਨ ਦੇ ਥਰੂ, ਠੀਕ ਹੈ। ਪ੍ਰੂਫ ਆ ਪੋਪੂਲੈਰਿਟੀ ਆਫ ਦਾ ਗੌਰਮੈਂਟ। ਜੇ ਪਬਲਿਕ ਓਪੀਨੀਅਨ ਬੈਰੋਮੀਟਰ ਆ, ਠੀਕ ਹੈ, ਅਤੇ ਉਹ ਪਬਲਿਕ ਓਪੀਨੀਅਨ ਜਿਹੜਾ ਵਾ ਮੂਡ ਆਫ ਪੀਪਲ ਦਾ ਬੈਰੋਮੀਟਰ ਆ, ਅਤੇ ਪੋਪੂਲੈਰਿਟੀ ਦਾ ਵੀ ਬੈਰੋਮੀਟਰ ਇੱਕ ਪਰਟੀਕੂਲਰ ਚੀਜ਼ ਨੂੰ ਮੇਅਰ ਕਰਨ ਵਾਲਾ, ਠੀਕ ਆ। ਸੋ ਗੌਰਮੈਂਟ ਜੇ ਪੋਪੂਲਰ ਆ ਤਾਂ ਇਟ ਮੀਨਸ ਕਿ ਉਹ ਪਬਲਿਕ ਓਪੀਨੀਅਨ ਨੂੰ ਸੁਣਦੀ ਪਈ ਹੈ। ਜੇ ਪਬਲਿਕ ਓਪੀਨੀਅਨ ਦੀ ਪਰਵਾਹ ਗੌਰਮੈਂਟ ਨਹੀਂ ਕਰ ਰਹੀ, ਗੌਰਮੈਂਟ ਦੀ ਪਰਵਾਹ ਪਬਲਿਕ ਨਹੀਂ ਕਰਦੀ। ਹੁਣ ਇੰਟਰਨੈਸ਼ਨਲ ਫੀਲਡ ਵਿੱਚ ਵੀ ਬਹੁਤ ਇੰਪੋਰਟੈਂਟ ਹੈ। ਇੰਟਰਨੈਸ਼ਨਲਿਜ਼ਮ ਦੀ ਏਜ ਆ, ਠੀਕ ਹੈ, ਵੱਡੇ ਪੱਧਰ 'ਤੇ ਹਰ ਇੱਕ ਚੀਜ਼ ਹੋ ਰਹੀ ਹੈ। ਅਤੇ ਜੇ ਅੱਜ ਦੇ ਦੇਸ਼ 'ਤੇ ਅੱਜ ਦੇ ਯੁੱਗ ਵਿੱਚ ਕੋਈ ਦੇਸ਼ ਹਿਊਮਨ ਰਾਈਟਸ ਨੂੰ ਡਿਨਾਈ ਕਰੇ, ਸਪਰੈਸ ਕਰੇ, ਅਤੇ ਇੰਟਰਨੈਸ਼ਨਲ ਪਬਲਿਕ ਓਪੀਨੀਅਨ ਜਿਹੜਾ ਉਸ ਪਰਟੀਕੂਲਰ ਸਟੇਟ ਦੇ ਅਗੇਂਸਟ ਹੋ ਜਾਂਦਾ। ਇਹ ਪਬਲਿਕ ਓਪੀਨੀਅਨ ਗੌਰਮੈਂਟ ਨੂੰ ਇਨਕਰੇਜ ਕਰਦੀ ਹੈ। ਜਦੋਂ ਵੀ ਗੌਰਮੈਂਟ ਨੇ ਕੁਛ ਕਰਨਾ ਹੋਵੇ, ਕੁਛ ਚੰਗਾ ਕਰਨਾ ਹੋਵੇ, ਅਤੇ ਪੀਪਲ ਉਹਨੂੰ ਇਨਕਰੇਜ ਕਰਦੇ ਆ ਕਿ ਮੋਟੀਵੇਟ ਕਰਦੇ ਆ ਆਪਣੇ ਵਿਊਜ਼ ਦੇ ਥਰੂ। ਹੈਲਪਫੁਲ ਇਨਫੋਰਮੇਸ਼ਨ ਆਫ ਹੈਲਥੀ ਸੁਸਾਇਟੀ ਇੱਕ ਨੀਡ ਆ ਸਕਸੈਸਫੁਲ ਡੈਮੋਕ੍ਰੇਸੀ ਦੀ। ਜੇ ਗੌਰਮੈਂਟ ਨਹੀਂ ਸੁਣਦੀ, ਗੌਰਮੈਂਟ ਡਜ਼ਨਟ ਲਿਸਨ ਟੂ ਦਾ ਪਰਟੀਕੂਲਰ ਵਿਸ਼ ਆਫ ਦਾ ਪੀਪਲ ਔਰ ਪਬਲਿਕ ਓਪੀਨੀਅਨ ਦੀ ਨਹੀਂ ਸੁਣਦੀ, ਅਤੇ ਇਹਦੇ ਨਾਲ ਕਹਿ ਸਕਦੇ ਆਪਾਂ ਕੌਨਫਲਿਕਟਸ ਕ੍ਰੀਏਟ ਹੁੰਦੇ ਨੇ, ਠੀਕ ਹੈ। ਜਿੱਦਾਂ ਲੋਕ ਅਟੈਂਸ਼ਨ ਡਰਾ ਕਰਦੇ ਨੇ ਸੋਸ਼ਲ ਈਵਲਸ ਦੇ ਪ੍ਰਤੀ, ਅਨਟੱਚੇਬਿਲਿਟੀ, ਚਾਈਲਡ ਮੈਰਿਜ, ਡੋਰੀ। ਅਤੇ ਜੇ ਸਰਕਾਰ ਇਸ ਚੀਜ਼ ਦੇ ਉੱਤੇ ਕੋਈ ਕਹਿ ਲਓ ਪੋਲਿਸੀਜ਼ ਨਾ ਬਣਾਵੇ, ਕੁਛ ਨਾ ਬਣਾਵੇ, ਅਤੇ ਹੈਲਥੀ ਸੁਸਾਇਟੀ ਕਿਵੇਂ ਫੋਰਮ ਹੋਏਗੀ? ਹੁਣ ਏਜੰਸੀਜ਼, ਵੈਰੀ ਇੰਪੋਰਟੈਂਟ ਕੁਐਸਚਨ। ਆਹ ਪੈਰਾ ਤੁਸੀਂ ਖੁਦ ਰੀਡ ਆਊਟ ਕਰਨਾ ਹੈ, ਠੀਕ ਹੈ। ਇਹਦੇ ਵਿੱਚ ਬੇਸਿਕਸ ਇਨਫੋਰਮੇਸ਼ਨ ਆ, ਠੀਕ ਆ, ਕਿ ਪਬਲਿਕ ਓਪੀਨੀਅਨ ਦੀ ਫੋਰਮੇਸ਼ਨ ਕਿੱਦਾਂ ਹੁੰਦੀ, ਕਿਉਂਕਿ ਉਹ ਮੈਂ ਤੁਹਾਨੂੰ ਬੇਸਿਕ ਲੈਂਗੁਏਜ ਹੀ ਸਮਝਾ ਦੇਣਾ ਕਿ ਪਬਲਿਕ ਓਪੀਨੀਅਨ ਕਿਵੇਂ ਫੋਰਮ ਹੁੰਦਾ। ਦੇਖੋ, ਜਿਹੜੇ ਲੋਕ ਪਬਲਿਕ ਓਪੀਨੀਅਨ ਬਣਾਉਂਦੇ ਨੇ, ਜਿਹੜੇ ਉਹਨੂੰ ਪਰਟੀਕੂਲਰ ਡਾਇਰੈਕਸ਼ਨ ਦਿੰਦੇ ਨੇ, ਜਿਹੜੇ ਉਸ ਨੂੰ ਕਾइंड ऑफ ਆਪਾਂ ਕਹਿ ਸਕਦੇ ਕਿ ਵਧਾਵਾ ਦਿੰਦੇ ਨੇ, ਗੌਰਮੈਂਟ ਤੱਕ ਪਹੁੰਚਾਉਂਦੇ ਨੇ,
ਇਹ ਸਾਰੇ ਲੋਕਾਂ ਦਾ ਹਿੱਸਾ ਹੁੰਦਾ ਪਬਲਿਕ ਓਪੀਨੀਅਨ ਦੇ ਫਾਰਮੇਸ਼ਨ ਵਿੱਚ। ਪਬਲਿਕ ਓਪੀਨੀਅਨ, ਤੁਹਾਡਾ ਓਪੀਨੀਅਨ, ਮੰਨ ਲਓ ਸਟੂਡੈਂਟਸ ਨੂੰ ਕੋਈ ਦਿੱਕਤ ਆ ਗਈ ਹੈ, ਸਟੂਡੈਂਟਸ ਆਪਣਾ ਵਿਊ ਰੱਖਿਆ, ਹੁਣ ਉਸ ਵਿਊ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਤੁਹਾਡਾ ਮੀਡੀਅਮ ਕੀ ਰਿਹਾ? ਨਿਊਜ਼ ਰਿਪੋਰਟਰਸ ਨੇ ਸਰਕਾਰ ਤੱਕ ਪਹੁੰਚਾਇਆ, ਤੁਹਾਡਾ ਵਿਊ ਪਹੁੰਚ ਗਿਆ ਸਰਕਾਰ ਤੱਕ। ਆਹ ਤਿੰਨ ਚੀਜ਼ਾਂ ਦਾ ਬਹੁਤ ਹੀ ਮਹੱਤਵਪੂਰਨ ਕਹਿ ਲਓ ਰੋਲ ਸੀ ਤੁਹਾਡੇ ਵਿਊ ਨੂੰ ਸਰਕਾਰ ਤੱਕ ਪਹੁੰਚਾਉਣ ਦਾ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪਬਲਿਕ ਓਪੀਨੀਅਨ ਬਣਾਇਆ, ਨਿਊਜ਼ ਵਾਲੇ ਉਹ ਲੋਕ ਨੇ ਜਿਨ੍ਹਾਂ ਨੇ ਉਹਨੂੰ ਡਾਇਰੈਕਸ਼ਨ ਦਿੱਤੀ, ਅਤੇ ਕਾਇੰਡ ਆਫ ਉਹਨੂੰ ਪਬਲਿਸ਼ ਕਰਕੇ ਗੌਰਮੈਂਟ ਤੱਕ ਪਹੁੰਚਾਉਣ ਵਾਲੇ ਵੀ ਉਹ ਲੋਕ ਨੇ, ਠੀਕ ਹੈ। ਸੋ ਇੱਦਾਂ ਕਰਕੇ ਆਪਾਂ ਕਹਾਂਗੇ ਕਿ ਤਿਆਰ ਹੁੰਦਾ। ਦੇਖੋ ਇੱਥੇ ਵੀ ਲਿਖਿਆ ਹੋਣਾ ਕਿਤੇ ਨਾ ਕਿਤੇ, ਲਾਈਕ ਹਾਂ ਫਸਟ ਕੈਟੇਗਰੀ 'ਚ ਆ ਗਏ, ਸੈਕਿੰਡ ਕੈਟੇਗਰੀ ਵਾਲੇ, ਲਾਈਕ ਸੈਕਿੰਡ ਕੈਟੇਗਰੀ 'ਚ ਉਹ ਲੋਕ ਆ ਜਿਨ੍ਹਾਂ ਨੂੰ ਪੋਲੀਟੀਕਲ ਅਤੇ ਸੋਸ਼ਲ ਐਕਟੀਵਿਟੀਜ਼ 'ਚ ਇੰਟਰਸਟ ਆ, ਅਤੇ ਲਾਸਟ 'ਤੇ ਉਹ ਆ ਗਏ ਜਿਹੜੇ ਲੋਕਾਂ ਤੱਕ ਪਹੁੰਚਾਉਂਦੇ ਆ, ਦੈਟ ਇਜ਼ ਨਿਊਜ਼ਪੇਪਰ, ਰੇਡੀਓ ਐਟਸੈਕਟਰਾ, ਠੀਕ ਹੈ। ਸੋ ਪ੍ਰੈਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਪ੍ਰੈਸ ਜਿਹੜੀ ਹੈ ਮੈਗਜ਼ੀਨਸ, ਵੀਕਲੀਜ਼, ਨਿਊਜ਼ਪੇਪਰ, ਟੈਲੀਵਿਜ਼ਨ 'ਤੇ ਜੋ ਵੀ ਪਰਫੋਰਮ ਹੁੰਦਾ, ਐਡੀਟਰਸ ਜਿਹੜੇ ਵਿਊਜ਼ ਨੂੰ ਆਰਟੀਕਲਸ ਦੇ ਥਰੂ ਪ੍ਰਜੈਂਟ ਕਰਦੇ ਨੇ, ਇਹ ਸਭ ਇੱਕ ਪ੍ਰੈਸ ਦਾ ਰੋਲ ਹੈ। ਅਤੇ ਪ੍ਰੈਸ ਆਪਣਾ ਰੋਲ ਬੇਹੱਦ ਹੀ ਖੂਬਸੂਰਤ ਤਰੀਕੇ ਨਾਲ ਅਦਾ ਕਰਦੀ ਹੈ, ਅਤੇ ਉਹਦੇ ਨਾਲ ਲੋਕਾਂ ਦੇ ਵਿਊਜ਼ ਜਿਹੜੇ ਪਹੁੰਚ ਜਾਂਦੇ ਨੇ ਜੇ ਪ੍ਰੈਸ ਓਨੈਸਟ ਹੈ, ਠੀਕ ਹੈ। ਪਬਲਿਕ ਮੀਟਿੰਗਸ ਹੁੰਦੀਆਂ, ਸਭ ਤੋਂ ਓਲਡੈਸਟ ਏਜੰਸੀ ਕਿਹੜੀ ਹੈ? ਪਬਲਿਕ ਮੀਟਿੰਗਸ, ਠੀਕ ਹੈ। ਪਬਲਿਕ ਮੀਟਿੰਗਸ ਦੇ ਵਿੱਚ ਲੋਕ ਆਪਣੇ ਵਿਊਜ਼ ਐਕਸਚੇਂਜ ਕਰਦੇ ਨੇ, ਠੀਕ ਹੈ। ਅਤੇ ਇਸ ਤਰ੍ਹਾਂ ਜਿਹੜੀ ਆ ਪਬਲਿਕ ਮੀਟਿੰਗ ਵਿੱਚ ਪੋਲੀਟੀਕਲ ਪਾਰਟੀਜ਼ ਜਿਹੜੀਆਂ ਨੇ ਕ੍ਰਿਟੀਸਾਈਜ਼ ਕਰਦੇ ਨੇ ਪੋਲਿਸੀਜ਼ ਆਫ ਗੌਰਮੈਂਟ ਨੂੰ, ਅਤੇ ਇਸ ਤਰ੍ਹਾਂ ਰੂਲਿੰਗ ਪਾਰਟੀ ਜਿਹੜੀ ਹੈ ਲੋਕਾਂ ਦੀ ਕਹਿ ਲਓ ਅਚੀਵਮੈਂਟਸ, ਰੂਲਿੰਗ ਪਾਰਟੀ ਦੀ ਅਚੀਵਮੈਂਟਸ ਅਤੇ ਰੂਲਿੰਗ ਪਾਰਟੀ ਦੇ ਜਿਹੜੀ ਕਹਿ ਸਕਦੇ ਜੋ ਉਸ ਚੀਜ਼ ਨੂੰ ਅਚੀਵ ਨਹੀਂ ਕਰ ਪਾਈ, ਉਹ ਚੀਜ਼ਾਂ ਉਸ ਤੱਕ ਪਹੁੰਚਦੀਆਂ ਨੇ। ਪੋਲੀਟੀਕਲ ਪਾਰਟੀਜ਼, ਜਿਹੜੀ ਪਾਰਟੀ ਜਿੱਤ ਗਈ ਜਾਂ ਜਿਹੜੀ ਪਾਰਟੀ ਆਪਾਂ ਓਪੋਜੀਸ਼ਨ ਦੀ ਗੱਲ ਕਰੀਏ ਤਾਂ ਓਪੋਜੀਸ਼ਨ ਤੁਹਾਡੀ ਵਿਊਜ਼ ਨੂੰ ਫਾਰਮੂਲੇਟ ਕਰਦੀ ਹੈ, ਪਬਲਿਕ ਓਪੀਨੀਅਨ ਬਣਾਉਂਦੀ ਹੈ ਕਿ ਇਸ ਪਰਟੀਕੂਲਰ ਗਵਰਨਮੈਂਟ ਨੇ ਤੁਹਾਡੀ ਇੱਛਾ ਨਹੀਂ ਪੂਰੀ ਕੀਤੀ। ਸੋ ਇਸ ਤਰ੍ਹਾਂ ਉਹ ਤੁਹਾਡੇ ਵਿਊਜ਼ ਨੂੰ ਗੌਰਮੈਂਟ ਤੱਕ ਪਹੁੰਚਾਉਂਦੀ ਹੈ। ਫਿਰ ਪੋਲੀਟੀਕਲ ਪਾਰਟੀ ਇਲੈਕਸ਼ਨ ਮੈਨੀਫੈਸਟੋ ਬਣਾਉਂਦੇ ਆ, ਉਹ ਲੋਕਾਂ ਵਿੱਚ ਵੰਡਦੇ ਆ, ਠੀਕ ਹੈ, ਆਪਣਾ ਇਨਫਲੂਐਂਸ ਕ੍ਰੀਏਟ ਕਰਦੇ ਨੇ, ਠੀਕ ਹੈ। ਅਤੇ ਅੱਜ ਕੱਲ੍ਹ ਪੋਲੀਟੀਕਲ ਪਾਰਟੀਜ਼ ਜਿਹੜੇ ਆ ਉਹਨਾਂ ਨੇ ਆਪਣੀ ਨਿਊਜ਼ਪੇਪਰਸ, ਆਪਣੀ ਨਿਊਜ਼ ਚੈਨਲਸ ਅਪਣਾਏ ਹੋਏ ਆ ਤਾਂ ਕਿ ਉਹ ਪਬਲਿਕ ਓਪੀਨੀਅਨ ਨੂੰ ਆਪਣੇ ਫੇਵਰ 'ਚ ਕਰ ਲੈਣ, ਠੀਕ ਹੈ, ਨਿਊਜ਼ਪੇਪਰ ਦੇ ਮੀਡੀਅਮ ਥਰੂ। ਲੈਗਿਸਲੇਚਰਸ ਕੀ ਹੋ ਗਿਆ? ਲੈਗਿਸਲੇਚਰ ਵਿੱਚ ਡਿਫਰੈਂਟ ਪਾਰਟੀ ਆਪਣੇ ਵਿਊਜ਼ ਪੇਸ਼ ਕਰਦੀਆਂ ਨੇ, ਉਸ ਵਿਊ ਦੇ ਉੱਤੇ ਡਿਬੇਟਸ ਹੁੰਦੀਆਂ ਨੇ, ਡਿਬੇਟਸ ਦੇ ਥਰੂ ਕਹਿ ਸਕਦੇ ਹਾਂ ਆਪਾਂ ਕਿ ਸਾਡੇ ਰੂਲਸ ਐਂਡ ਲਾਜ਼ ਵੀ ਬਣਦੇ ਨੇ। ਸੋ ਦਿਸ ਇਜ਼ ਅ ਕਾਇੰਡ ਆਫ ਰੋਲ ਆਫ ਲੈਗਿਸਲੇਚਰ। ਰੇਡੀਓ ਟੈਲੀਵਿਜ਼ਨ ਦਾ ਵੀ ਤੁਹਾਨੂੰ ਪਤਾ ਲੱਗ ਗਿਆ, ਰੇਡੀਓ ਐਂਡ ਟੈਲੀਵਿਜ਼ਨ ਜਿਹੜੇ ਨੇ ਤੁਹਾਡੇ ਪਬਲਿਕ ਓਪੀਨੀਅਨ ਦੀ ਫਾਰਮੂਲੇਸ਼ਨ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੇ ਨੇ। ਜੋ ਵੀ ਉਹਨਾਂ ਨੇ ਬ੍ਰੌਡਕਾਸਟ ਕੀਤਾ ਉਹਦੇ ਨਾਲ ਲੋਕਾਂ ਦੇ ਵਿਊ ਬਣਦੇ ਨੇ, ਆਪਣਾ ਪਬਲਿਕ ਓਪੀਨੀਅਨ ਰੱਖਦੇ ਨੇ। ਸਿਨੇਮਾ ਦੇ ਵਿੱਚ ਕਈ ਵਾਰ ਹੁੰਦਾ ਕਿ ਕੋਈ ਪਰਟੀਕੂਲਰ ਮੂਵੀ ਦੇ ਬਿਗਿਨ ਤੋਂ ਪਹਿਲਾਂ ਜਿਹੜੀਆਂ ਰੀਲਸ ਆਉਂਦੀਆਂ ਨੇ, ਆਪਾਂ ਕਹਿ ਨਿਊਜ਼ ਰੀਲਸ ਆਉਂਦੀਆਂ ਨੇ, ਜਾਂ ਫਿਰ ਕੋਈ ਮੂਵੀ ਹੀ ਇਸ ਤਰੀਕੇ ਦੇ ਓਬਜੈਕਟਿਵ ਨਾਲ ਬਣਾਈਆਂ ਗਈਆਂ ਹੁੰਦੀਆਂ ਨੇ ਕਿ ਉਹ ਲੋਕਾਂ ਦੇ ਮਨਾਂ ਦੇ ਉੱਤੇ ਇੰਪੈਕਟ ਪਾਉਣ ਅਤੇ ਉਹਨਾਂ ਦਾ ਪਬਲਿਕ ਓਪੀਨੀਅਨ ਦੀ ਫਾਰਮੂਲੇਸ਼ਨ ਹੋਵੇ। ਐਜੂਕੇਸ਼ਨਲ ਇੰਸਟੀਟਿਊਸ਼ਨ ਬਹੁਤ ਵੱਡੇ ਪੱਧਰ 'ਤੇ ਲੋਕਾਂ ਦੇ ਮਨਾਂ ਦੇ ਵਿੱਚ ਪਬਲਿਕ ਓਪੀਨੀਅਨ ਦੀ ਫਾਰਮੂਲੇਸ਼ਨ ਕਰਦਾ। ਕਿਵੇਂ ਕਰਦਾ? ਦੇਖੋ, ਤੁਸੀਂ ਜਦੋਂ ਛੋਟੇ ਸੀ ਤੁਹਾਨੂੰ ਕੁਛ ਆਈਡੀਆ ਨਹੀਂ ਸੀ ਕਿ ਵਟ ਇਜ਼ ਪੋਲੀਟਿਕਸ। ਜੇ ਤੁਸੀਂ ਵੱਡੇ ਹੋਏ, ਯੂ ਮੈਟ ਅਬਾਊਟ ਸਿਵਿਕਸ ਪੜ੍ਹਨੀ ਸ਼ੁਰੂ ਕੀਤੀ ਐਂਡ ਈਚ ਐਂਡ ਐਵਰੀਥਿੰਗ, ਅਤੇ ਫਿਰ ਤੁਹਾਨੂੰ ਸਮਝ ਲੱਗਾ ਅੱਛਾ ਪਬਲਿਕ ਓਪੀਨੀਅਨ ਇਸ ਤਰ੍ਹਾਂ ਬਣਦਾ ਹੈ, ਪਬਲਿਕ ਓਪੀਨੀਅਨ ਹੈ, ਠੀਕ ਹੈ। ਆਪਾਂ ਇਹ ਨਹੀਂ ਕਹਾਂਗੇ ਕਿ ਪਬਲਿਕ ਓਪੀਨੀਅਨ ਇਸ ਤਰ੍ਹਾਂ ਬਣਦਾ ਹੈ, ਕਿ ਮਤਲਬ ਤੁਹਾਨੂੰ ਪਤਾ ਲੱਗਿਆ ਪੋਲੀਟਿਕਸ ਇੱਦਾਂ ਚੱਲਦੀ ਹੈ, ਐਡਮਿਨਿਸਟ੍ਰੇਸ਼ਨ ਇੱਦਾਂ ਚੱਲਦਾ ਹੈ, ਸਭ ਕੁਛ ਤੁਹਾਨੂੰ ਕਲੀਅਰ ਹੋ ਗਿਆ। ਅਤੇ ਉਸ ਪਰਟੀਕੂਲਰ ਪੁਆਇੰਟ 'ਤੇ ਤੁਹਾਨੂੰ ਰਿਅਲਾਈਜ਼ ਹੁੰਦਾ ਹੈ ਕਿ ਮੇਰਾ ਪਬਲਿਕ ਓਪੀਨੀਅਨ ਜਾਂ ਮੇਰਾ ਵਿਊ ਕੀ ਕਹਿੰਦਾ, ਠੀਕ ਹੈ। ਇਹ ਸਭ ਗੱਲ ਹੈ। ਰਿਲੀਜੀਅਸ ਵਿੱਚ ਕੀ ਹੁੰਦਾ? ਕਈ ਲੋਕ ਆਪਣੀ ਰਿਲੀਜੀਅਸ ਚੀਜ਼ਾਂ ਨੂੰ ਆਪਣੇ ਪੋਲੀਟਿਕਸ ਨਾਲ ਜੋੜਦੇ ਨੇ, ਠੀਕ ਹੈ। ਐਂਡ ਆਪਾਂ ਜੇ ਮਹਾਤਮਾ ਗਾਂਧੀ ਦੀ ਗੱਲ ਕਰੀਏ, ਉਹਨਾਂ ਦਾ ਚੈਪਟਰ ਵੀ ਹੈ ਕਿ ਉਹ ਵੀ ਕਹਿੰਦੇ ਕਿ ਰਿਲੀਜੀਅਸ ਨੂੰ ਆਪਾਂ ਪਾਰਟ ਨਹੀਂ ਕਵਾਂਗੇ ਪੋਲੀਟਿਕਸ ਤੋਂ, ਪੋਲੀਟਿਕਸ 'ਤੇ ਵੱਡਾ ਰੋਲ ਅਦਾ ਕਰਦਾ ਹੈ ਰਿਲੀਜਨ, ਠੀਕ ਹੈ। ਅਤੇ ਕਈ ਲੋਕ ਫਿਰ ਉਹ ਪਰਟੀਕੂਲਰ ਪਾਰਟੀ ਨੂੰ ਜਿਹੜੀ ਰਿਲੀਜਨ 'ਤੇ ਵੋਟਸ ਲੈਣ ਲਈ ਉਹਨੂੰ ਮੰਨਦੇ ਨੇ, ਬਲਾਈਂਡਲੀ ਫੋਲੋ ਕਰਦੇ, ਆਪਣੇ ਵਿਊਜ਼, ਆਪਣੇ ਪਬਲਿਕ ਓਪੀਨੀਅਨ ਨੂੰ ਉਸ ਅਕੋਰਡਿੰਗ ਫਾਰਮੂਲੇਟ ਕਰਦੇ ਨੇ। ਇਲੈਕਸ਼ਨਸ ਹੁੰਦੀਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ, ਪੋਲੀਟੀਕਲ ਪਾਰਟੀ ਇਲੈਕਸ਼ਨ ਮੈਨੀਫੈਸਟੋ ਬਣਾਉਂਦੇ, ਪੋਲੀਟੀਕਲ ਮੀਟਿੰਗਸ, ਗੈਦਰਿੰਗ, ਸਭ ਕੁਛ ਹੁੰਦਾ ਹੈ। ਅਤੇ ਇਸ ਇਲੈਕਸ਼ਨ ਪ੍ਰੋਸੀਜਰ ਵਿੱਚ ਪੋਲੀਟੀਕਲ ਪਾਰਟੀਜ਼ ਇੱਕ ਇੰਟੈਂਸਿਵ ਲੈਵਲ 'ਤੇ ਕੰਪੇਨ ਕਰਦੇ ਨੇ
कि ਜਿਹੜਾ ਪਰਸਨ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਉਹਨੂੰ ਪੋਲੀਟਿਕਸ ਦਾ ਕੁਛ ਨਾ ਪਤਾ ਹੋਵੇ, ਠੀਕ ਹੈ, ਉਹ ਤੱਕ ਨਹੀਂ ਕਹਿ ਸਕਦੇ ਕਿ ਉਹ ਤੱਕ ਇਫੈਕਟ ਹੁੰਦਾ ਹੈ ਕਿ ਹੈ ਨਾ ਪੋਲੀਟੀਕਲ ਪਾਰਟੀਜ਼ ਦੇ ਕੈਂਪੇਨਸ ਤੋਂ। ਸੋਸ਼ਲ ਮੀਡੀਆ, ਇਹ ਤਾਂ ਅੱਜ ਤੁਹਾਨੂੰ ਵੀ ਪਤਾ ਹੈ, ਤੁਹਾਡੇ ਮੈਂ ਵਿਊਜ਼ ਪੋਲੀਟਿਕਸ ਮੈਂ ਤੁਹਾਨੂੰ ਸਮਝਾ ਰਹੀ ਹਾਂ, ਤੁਹਾਡੇ ਵਿਊਜ਼ ਵੀ ਕਿਤੇ ਨਾ ਕਿਤੇ ਮੇਰੇ ਕਹਿਣ ਤੋਂ ਕਿਤੇ ਨਾ ਕਿਤੇ ਇੰਪੈਕਟ ਕਰਨਗੇ। ਈਧਰ ਤੁਸੀਂ ਆਪਣੇ ਵਿਊਜ਼ ਮੇਰੇ ਨਾਲ ਸ਼ੇਅਰ ਕਰੋ, ਮੇਰੇ ਵਿਊਜ਼ ਕਿਤੇ ਨਾ ਕਿਤੇ ਇੰਪੈਕਟ ਕਰਨਗੇ। ਸੋ ਸੋਸ਼ਲ ਮੀਡੀਆ ਅੱਜ ਦੇ ਇਹ ਟਾਈਮ ਵਿੱਚ ਸਭ ਤੋਂ ਵੱਡਾ ਕਹਿ ਲਓ ਸਾਧਨ ਆ ਜਿਹੜਾ ਤੁਹਾਡਾ ਪਬਲਿਕ ਓਪੀਨੀਅਨ ਬਣਾ ਰਿਹਾ ਹੈ। ਅਦਰ ਇੰਸਟੀਟਿਊਸ਼ਨਸ ਐਸੋਸੀਏਸ਼ਨਸ ਦੀ ਗੱਲ ਕਰਾਂਗੇ ਚ ਆਪਾਂ। ਕਨਕਲੂਜਨ ਤੁਹਾਨੂੰ ਪਹਿਲਾਂ ਵੀ ਸਮਝਾਇਆ ਕਿ ਜੋ ਤੁਸੀਂ ਉੱਤੇ ਲਿਖਿਆ ਸਾਰਾ ਲਿਖ ਦੇਣਾ ਕਿ ਇੱਕ ਹੈਲਦੀ ਪਬਲਿਕ ਓਪੀਨੀਅਨ ਬਣਦਾ ਹੈ ਇੱਕ ਬੈਟਰ ਪ੍ਰੈਸ ਦੇ ਨਾਲ, ਬੈਟਰ ਰੇਡੀਓ ਐਂਡ ਟੈਲੀਵਿਜ਼ਨ ਦੇ ਨਾਲ, ਬੈਟਰ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਨਾਲ, ਠੀਕ ਹੈ। ਸੋ ਲਾਸਟ ਆਫ ਦਿਸ ਵੀਡੀਓ, ਰੋਲ ਆਫ ਪੋਲੀਟੀਕਲ ਪਾਰਟੀਜ਼। ਪੋਲੀਟੀਕਲ ਪਾਰਟੀਜ਼ ਦਾ ਰੋਲ ਕੀ ਹੈ? ਡੈਮੋਕ੍ਰੇਟਿਕ ਕੰਟਰੀ ਵਿੱਚ ਪੋਲੀਟੀਕਲ ਪਾਰਟੀ ਸਭ ਤੋਂ ਵੱਧ ਇੰਪੋਰਟੈਂਸ ਰੱਖਦੀਆਂ ਨੇ, ਠੀਕ ਹੈ। ਅਤੇ ਜਿਹੜੇ ਫੋਰਮੇਸ਼ਨ ਹੁੰਦਾ ਪਬਲਿਕ ਓਪੀਨੀਅਨ ਦਾ, ਪੋਲੀਟੀਕਲ ਪਾਰਟੀਜ਼ ਇਸ ਕਿੱਦਾਂ ਫੋਰਮੂਲੇਟ ਕਰਦੇ ਆ? ਲੋਕਾਂ ਨਾਲ ਗੱਲ ਕਰਦੇ ਆ, ਲੋਕਾਂ ਨੂੰ ਪੁੱਛਦੇ ਕਿ ਤੁਹਾਨੂੰ ਕਿਸ ਚੀਜ਼ ਦੀ ਪ੍ਰੋਬਲਮ ਆ, ਜਾਂ ਜੇ ਪ੍ਰੋਬਲਮ ਨਹੀਂ ਵੀ ਆ ਤਾਂ ਵੀ ਉਸ ਪਰਟੀਕੂਲਰ ਪ੍ਰੋਬਲਮ ਵੱਲ ਆਪਣੇ ਕਹਿ ਲਓ ਮੈਨੀਫੈਸਟੋਜ਼ ਦੇ ਥਰੂ ਲੋਕਾਂ ਦਾ ਧਿਆਨ ਬਣਾਉਂਦੇ ਨੇ ਕਿ ਅਸੀਂ ਇਸ ਚੀਜ਼ ਨੂੰ ਠੀਕ ਕਰ ਦਾਂਗੇ। ਪ੍ਰੋਗਰਾਮਸ ਕਰਦੇ ਨੇ, ਪਬਲਿਕ ਓਪੀਨੀਅਨ ਨੂੰ ਆਪਣੇ ਫੇਵਰ ਵਿੱਚ ਬਣਾਉਣ ਵਾਸਤੇ ਇੰਟੈਂਸਿਵ ਲੈਵਲ 'ਤੇ ਕੰਪੇਨ ਕਰਦੇ ਨੇ। ਪੋਲੀਟੀਕਲ ਪਾਰਟੀਜ਼ ਆਪਣੇ ਲਿਟਰੇਚਰ ਬਣਾਉਂਦੇ ਨੇ ਜਾਂ ਕਹਿ ਲਓ ਲੋਕਾਂ ਵਿੱਚ ਪਹੁੰਚਾਉਂਦੇ ਨੇ ਕਿ ਇਨਫਲੂਐਂਸ ਹੋਵੇ ਉਹਨਾਂ ਦੇ ਵਿਊਜ਼। ਪਬਲਿਕ ਮੀਟਿੰਗਸ ਹੁੰਦੀਆਂ ਨੇ ਜਿਸ 'ਚੋਂ ਇੱਕ ਓਪੋਜੀਸ਼ਨ ਪਾਰਟੀ ਜਿਹੜੀ ਆ ਉਹ ਲੋਕਾਂ ਨੂੰ ਦੱਸਦੀ ਹੈ ਕਿ ਆਹ ਉਹਦੀ ਅਚੀਵਮੈਂਟਸ ਆ ਅਤੇ ਜਾਂ ਆਹ ਉਹਦੀ ਅਚੀਵਮੈਂਟਸ ਨਹੀਂ ਹੈ, ਇਹ ਉੱਥੇ ਉਹ ਵੀਕ ਪੁਆਇੰਟ ਆ ਉਹਦਾ, ਠੀਕ ਹੈ। ਪੋਲੀਟੀਕਲ ਪਾਰਟੀ ਇਲੈਕਸ਼ਨਸ ਕੰਟੈਸਟ ਕਰਦੀਆਂ ਨੇ ਅਤੇ ਵੱਖਰੇ ਵੱਖਰੇ ਪ੍ਰੋਗਰਾਮਸ, ਠੀਕ ਹੈ। ਇਲੈਕਸ਼ਨ ਡਿਊਰਿੰਗ ਦ ਇਲੈਕਸ਼ਨ ਇਕੁਆਇਰ ਦਾ ਪੀਪਲ, ਲੋਕਾਂ ਨੂੰ ਆਪਣੇ ਡਿਫਰੈਂਟ ਪ੍ਰੋਗਰਾਮਸ ਦੇ ਵਿੱਚ ਇਕੱਠਾ ਕਰਕੇ ਉਹਨਾਂ ਦਾ ਪਬਲਿਕ ਓਪੀਨੀਅਨ ਫਾਰਮੂਲੇਟ ਕਰਦੀਆਂ ਨੇ। ਪੋਲੀਟੀਕਲ ਪਾਰਟੀਜ਼ ਪੋਲੀਟੀਕਲ ਐਜੂਕੇਸ਼ਨ ਬਣਾਉਂਦੇ ਨੇ, ਠੀਕ ਹੈ, ਅਤੇ ਉਹਨਾਂ ਨੂੰ ਪੋਲੀਟੀਕਲ ਲੈਵਲ 'ਤੇ ਅਵੇਕਨ ਕਰਦੇ ਨੇ, ਪੋਲੀਟੀਕਲ ਲੈਵਲ 'ਤੇ ਉਹਨਾਂ ਨੂੰ ਜਗਾਉਂਦੇ ਨੇ, ਠੀਕ ਹੈ। ਸੋ ਇਸ ਤਰ੍ਹਾਂ ਪੋਲੀਟੀਕਲ ਪਾਰਟੀਜ਼ ਬਹੁਤ ਹੀ ਤਗੜੇ ਲੈਵਲ 'ਤੇ ਕੈਂਪੇਨ ਕਰਦੀਆਂ ਨੇ ਅਤੇ ਆਪਣਾ ਸਿਗਨੀਫਿਕੈਂਟ ਰੋਲ ਅਦਾ ਕਰਦੇ ਨੇ। ਆਈ ਹੋਪ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸਭ ਕੁਛ ਕਲੀਅਰ ਹੋ ਗਿਆ ਹੋਊਗਾ, ਬੇਸਿਕਸ ਜਿੰਨੇ ਵੀ ਆ। ਅਤੇ ਅਗਲੀ ਵੀਡੀਓ ਵਿੱਚ ਅਸੀਂ ਨੈਸੈਸਰੀ ਕੰਡੀਸ਼ਨਸ, ਠੀਕ ਹੈ, ਓਬਸਟੈਕਲਸ ਅਤੇ ਇੰਡੀਆ ਐਂਡ ਪਬਲਿਕ ਓਪੀਨੀਅਨ, ਇਹ 3 ਟੌਪਿਕ ਕਰਨੇ ਨੇ। ਸੋ ਆਈ ਹੇਅਰ ਰਿਕੁਐਸਟ ਯੂ ਆਲ ਕਿ ਇਸ ਚੈਨਲ ਦੇ ਉੱਤੇ ਜਿਹੜੀ ਪੋਸਟ ਆ ਉੱਤੇ ਵੱਧ ਤੋਂ ਵੱਧ ਆਪਣੇ ਰਿਵਿਊਜ਼ ਮੈਨੂੰ ਡਾਲੋ, ਸੋ ਦੈਟ I'll give you live classes to complete your half yearly syllabus. So subscribe to Punjab Rankers now for upcoming videos. Thank you so much for watching.